आज आपकी मुलाकात करवाएंगे बाहिम्मत माँ से जिन्होंने खावंद की वफात के बाद अपने बच्चों का मुस्तकबिल रोशन करने के लिए चाय का होटल बना लिया। मुश्किल भी ਹੁੰਦੀ ਆ ਪਰੇਸ਼ਾਨੀ ਵੀ ਹੁੰਦੀ ਆ ਅਖਰਾਜਾਤ ਵੀ ਪੂਰੇ ਕਰਨੇ ਹੁੰਦੇ ਆ। ਦੋ ਮੇਰੇ ਬੱਚੇ ਮਾਜ਼ੂਰ ਆ, ਇੱਕ ਬੇਟਾ ਵਾ ਇੱਕ ਬੇਟੀ ਆ। ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਵਾ, ਕਿੰਨਾ ਕੁ ਇੱਥੋਂ ਕਮਾ ਲੈਂਦੇ ਹੋ ਇੱਕ ਦਿਨ ਦਾ? ਇੱਕ ਦਿਨ ਮੈਂ 20 ਰੁਪਏ ਵੀ ਲੈ ਕੇ ਗਈ ਆ ਇੱਥੋਂ। ਲੋਕਾਂ ਦੇ ਘਰਾਂ 'ਚ ਵੀ ਕੰਮ ਕੀਤਾ ਵਾ, ਫੌਤੀਆਂ ਤੇ ਵੀ ਕੀਤਾ, ਸ਼ਾਦੀਆਂ ਤੇ ਵੀ ਕੀਤਾ। ਮੇਰੀ ਬੱਚੀ ਨੂੰ ਵੀ ਕੋਈ ਸਰਕਾਰੀ ਨੌਕਰੀ ਮਿਲ ਜਾਵੇ, ਪੜ੍ਹੀ ਲਿਖੀ ਆ, ਮਾਜ਼ੂਰ ਆ ਉਹਦੀ, ਕਿਉਂਕਿ ਮੈਂ ਸ਼ਾਦੀ ਨਹੀਂ ਕਰ ਸਕਦੀ ਉਸ ਬੱਚੇ ਦੀ। ਮਾਵਾਂ ਤੋਂ ਬਾਅਦ ਤਾਂ ਫਿਰ ਮੁਸ਼ਕਲ ਹੀ ਹੁੰਦੀ ਆ। अस्सलाम वालेकुम नाज़रीन, मैं हूं आबिद इकबाल। आप देखें पाकिस्तान टुडे टीवी। आज आपकी मुलाकात करवाएंगे बाहिम्मत माँ से जिन्होंने खावंद की वफात के बाद अपने बच्चों का मुस्तकबिल रोशन करने के लिए चाय का होटल बना लिया। इससे ये रोज़ाना कितने पैसे कमा लेती हैं और इस होटल को चलाने के लिए इनको किन किन मुश्किलात का सामना करना पड़ता है, तमाम तर इनकी कहानी इन्हीं की ज़ुबानी जानते हैं। अस्सलाम वालेकुम। वालेकुम अस्सलाम। सबसे पहले तो माँ जी आपकी इस हिम्मत को दाद देते हैं। ये बताएं कि चाय का होटल बनाना, ये आपको कैसे आपने ये चीज़ सोची? बस जो रोज़गार की तलाश होवे बंदा कोशिश करता ही ना, इस वास्ते फिर मैनू पता चलिया कि हॉस्पिटल बनया माने आ ते मैनू ऑफर आई, फिर मैं एक्सैप्ट की। इस वास्ते फिर मैं बनाया चाय दा होटल, क्योंकि रोज़िया तो थोड़ी देर पहले शुरू किया वा। हफ्ता इतवार भी मतलब ज़्यादा चलता वा, मरीज़ वगैरह आते हैं। डॉक्टर साहब भी माजिद रशीद दा शाह हॉस्पिटल का नाम आ, तो इत्थे फिर आते हफ्ता इतवार। अगों पिछों तो फिर भी कोई इन्ने मरीज़ नहीं होंगे, खाली होंगे आ। फिर बस आना मैं रेगूलर ही होंदा वा। तो रोज़िया तो बाद इंशाअल्लाह अल्लाह मियाँ देगा ज़ाहिर रोज़ी, जिहड़ी किस्मत च लिखी है अल्लाह ताला ने वो तो मिलती है ना अपन। अच्छा माँ जी, ये दसो कि खावंद नूं कितनी देर हो गई फौत होए नूं? उन्होंने 17 साल हो गए। 17 साल। हाँ ਤੇ जी। ਇਹ ਦੱਸੋ ਵੀ 17 ਸਾਲ ਹੋ ਗਏ ਇਹਨਾਂ ਨੂੰ ਫੌਤ ਹੋਏ ਨੂੰ, 17 ਸਾਲ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਆਈਆਂ? ਇਹ ਮੁਸ਼ਕਲਾਂ ਤਾਂ ਕਾਫੀ ਸਾਰੀਆਂ ਹੁੰਦੀਆਂ, ਤੇ ਤੁਹਾਨੂੰ ਪਤਾ ਜਦੋਂ ਬੰਦਾ ਇਸ ਸਿਚੁਏਸ਼ਨ ਵਿੱਚ ਹੋਵੇ ਤੇ ਮੁਸ਼ਕਿਲ ਵੀ ਹੁੰਦੀ ਆ, ਪਰੇਸ਼ਾਨੀ ਵੀ ਹੁੰਦੀ ਆ, ਅਖਰਾਜਾਤ ਵੀ ਪੂਰੇ ਕਰਨੇ ਹੁੰਦੇ ਆ। ਸਹੀ ਇਸ ਲਈ ਮੈਂ ਮਿਹਨਤ ਵੀ ਕਾਫੀ ਕੀਤੀ ਸਹੀ ਤੇ ਹਿੰਮਤ ਨਹੀਂ ਹਾਰੀ। ਸ਼ੁਕਰ ਅੱਲਾਹ ਦਾ, ਅੱਲਾਹ ਤਾਲਾ ਨੇ ਵੀ ਹਿੰਮਤ ਦਿੱਤੀ ਆ ਤੇ ਜ਼ਾਹਿਰ ਅਸੀਂ ਵੀ ਉਸ ਹਿੰਮਤ ਦੇ ਮੁਤਾਬਕ ਚੱਲੇ ਆ। ਅੱਛਾ ਇਹ ਦੱਸੋ ਕਿ ਕਿੰਨੇ ਬੱਚੇ ਤੁਹਾਡੇ, ਕਿੰਨੀ ਉਮਰ ਦੇ ਵਿੱਚ ਆ ਔਰ ਕਿਆ ਉਹ ਪੜ੍ਹ ਰਹੇ ਆ ਜਾਂ ਹਲੇ ਫਿਲਹਾਲ ਨਹੀਂ? ਮੇਰੇ ਮਾਸ਼ਾਅੱਲਾ 5 ਬੱਚੇ ਆ, 3 ਬੇਟੇ ਆ, 2 ਬੇਟੀਆਂ ਵਾ। ਬੇਟੀਆਂ ਬੜੀਆਂ ਵਾ, ਬੇਟੇ ਤਿੰਨੋਂ ਛੋਟੇ ਆ। ਸਹੀ। ਛੋਟਾ ਬੇਟਾ ਜਿਹੜਾ ਵਾ ਇਹ 17ਵੇਂ ਸਾਲ 'ਚ ਹੀ ਆ। ਜਦੋਂ ਇਹਨਾਂ ਦੇ ਵਾਲਿਦ ਫੌਤ ਹੋਏ ਸੀ 20 ਦਿਨ ਬਾਅਦ ਇਹ ਛੋਟਾ ਪੈਦਾ ਹੋਇਆ ਸੀ। ਇਹਨੇ ਆਪਣੇ ਵਾਲਿਦ ਨੂੰ ਨਹੀਂ ਦੇਖਿਆ। ਤੇ 2 ਮੇਰੇ ਬੱਚੇ ਮਾਜ਼ੂਰ ਆ, ਇੱਕ ਬੇਟਾ ਵਾ ਇੱਕ ਬੇਟੀ ਆ। ਇਹ ਇੱਕ ਬੇਟਾ ਜਿਹੜਾ ਠੀਕ ਸੀਗਾ ਉਹ ਫੈਸਲਾਬਾਦ ਮਿਲ ਦੇ ਵਿੱਚ ਕੰਮ ਕਰਦਾ ਸੀਗਾ, ਉਹਦਾ ਵੀ ਹੱਥ ਮਸ਼ੀਨ ਦੇ ਵਿੱਚ ਆ ਗਿਆ ਸੀਗਾ। ਤੇ ਹੁਣ ਉਹਦਾ ਮੈਂ ਆਪਰੇਸ਼ਨ ਵਗੈਰਾ ਵੀ ਕਰਾਉਣਾ, ਅੱਗੇ 3 ਆਪਰੇਸ਼ਨ ਹੋ ਚੁੱਕੇ ਆ, ਹਲੇ 3 ਆਪਰੇਸ਼ਨ ਬਾਕੀ ਆ ਉਹਦੇ। ਤੇ ਜਦੋਂ ਫਿਰ ਉਹ ਆਪਰੇਸ਼ਨ ਹੁੰਦਾ ਵਾ ਉਦੋਂ ਡਾਕਟਰ ਆਸਮ ਸਾਹਿਬ ਸੀਗੇ ਫੈਸਲਾਬਾਦ ਦੇ ਫੈਸਲ ਹੌਸਪੀਟਲ 'ਚ। ਉਹਨਾਂ ਨੇ ਪਹਿਲਾ ਆਪਰੇਸ਼ਨ ਤੇ ਫੈਕਟਰੀ ਵਾਲਿਆਂ ਨੇ ਕਰਵਾਤਾ ਸੀਗਾ, ਫਿਰ 2 ਉਹਨਾਂ ਨੇ ਆਪਣੇ ਫੰਡ ਦੇ ਵਿੱਚੋਂ ਕਰਵਾਏ ਸੀਗੇ। ਤੇ ਹੁਣ ਮੁਸ਼ਕਿਲ ਆ ਜ਼ਰਾ, ਤੇ ਮੈਨੂੰ 2 ਸਾਲ ਹੋ ਗਏ ਆ ਉਹਦਾ ਆਪਰੇਸ਼ਨ ਕਰਵਾਉਣਾ। ਉਹ ਜ਼ਰਾ ਮੈਨੂੰ ਬਹੁਤ ਮੁਸ਼ਕਿਲ ਹੁੰਦੀ ਆ, ਕਿਉਂਕਿ 1,20,000 ਰੁਪਇਆ ਡਾਕਟਰ ਸਾਹਿਬ ਦੀ ਫੀਸ ਆ। ਤੇ ਉਹਨਾਂ ਦੇ ਇਹ ਪੱਠੇ ਵਗੈਰਾ ਨਾੜਾਂ ਪਲਾਸਟਿਕ ਦੀਆਂ ਪਾਈਆਂ ਹੱਥ ਦੇ ਵਿੱਚ, ਤੇ ਅੱਗੋਂ ਆ 2 ਪੋਟੇ ਉਹਨਾਂ ਦੇ ਹੈ ਨਹੀਂਗੇ ਬੱਚੇ ਦੇ। ਇਹ ਸਾਰਾ ਫਿਰ ਜੁੜ ਗਿਆ ਸੀਗਾ। ਤੇ ਇਹ ਅੱਗੇ ਹੋਇਆ ਸੀ ਆਪਰੇਸ਼ਨ, ਇਹ ਅੰਗੂਠਾ ਅਲੱਗਾ ਕੀਤਾ ਸੀ ਉਹਨਾਂ ਨੇ। ਹੁਣ ਉਹ ਤਲੀ ਜਿਹੜੀ ਆ ਉਹ ਇਸ ਤਰ੍ਹਾਂ ਵਾ, ਫਿਰ ਆ ਉਂਗਲੀਆਂ ਜੁੜੀਆਂ। ਇਹਨਾਂ ਦੇ ਆਪਰੇਸ਼ਨ ਹੋਣਗੇ, ਫਿਰ ਉਹ ਜਦੋਂ ਇਹ ਕਰਦੇ ਪੂਰਾ ਇੱਥੋਂ ਤਾਈਂ ਆਪਰੇਸ਼ਨ ਕਰਦੇ ਆ, ਕਰਕੇ ਤੇ ਫਿਰ ਉਹ ਵੀ ਮਤਲਬ ਫਿਰ ਉਹਨਾਂ ਨੇ ਕਰਨਾ ਲੈਦਾ, ਫਿਰ ਉਹਦੇ ਅੱਗੋਂ ਉਂਗਲੀਆਂ ਦੂਸਰੀਆਂ ਲੱਗਣਗੀਆਂ। ਇਸ ਲਈ ਇੱਕ ਬੇਟੀ ਦੀ ਮੇਰੀ ਦੀ ਸ਼ਾਦੀ ਕੀਤੀ ਹੋਈ ਆ, ਤੇ ਛੋਟਾ ਪੜ੍ਹਦਾ ਵਾ 10ਵੀਂ 'ਚ ਆ। ਵੱਡਾ ਜ਼ਰਾ ਹੁਣ ਵਿਆਹ ਸ਼ਾਦੀ ਦੇ ਮੂਵੀ ਸ਼ੂਵੀ ਦਾ ਵੀ ਕਰ ਲੈਂਦਾ ਵਾ। ਅੱਛਾ ਇਹ ਦੱਸੋ ਕਿ ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਵਾ, ਕਿੰਨਾ ਕੁ ਇੱਥੋਂ ਕਮਾ ਲੈਂਦੇ ਹੋ ਇੱਕ ਦਿਨ ਦਾ? ਨਹੀਂ ਇੱਕ ਦਿਨ 'ਚ ਹੁਣ ਰੋਜ਼ੇ ਆ, ਰੋਜ਼ਿਆਂ ਦੇ ਵਿੱਚ ਤਾਂ ਇੱਕ ਦਿਨ ਮੈਂ 20 ਰੁਪਏ ਵੀ ਲੈ ਕੇ ਗਈ ਹਾਂ ਇੱਥੋਂ, ਇੱਕ ਦਿਨ 50 ਰੁਪਏ, ਇੱਕ 100 150 ਰੋਜ਼ਿਆਂ ਦੇ ਵਿੱਚ। ਤੇ ਇੰਨਾ ਕੁ ਹਫ਼ਤਾ ਇਤਵਾਰ ਵੀ ਹੋ ਜਾਂਦਾ, 2 ਦਿਨ ਚੱਲਦਾ ਹੈ। ਹਾਂਜੀ। ਅੱਛਾ ਇਹ ਦੱਸੋ ਕਿ ਇੱਕ ਔਰਤ ਹੋਣ ਦੇ ਨਾਤੇ ਹੋਟਲ ਚਲਾ ਰਹੇ ਹੋ, ਕਿਹੜੀ ਮੁਸ਼ਕਲਾਤ ਆਉਂਦੀ ਆ? ਲੋਕ ਜਿਹੜੇ ਆਉਂਦੇ ਆ ਉਹਨਾਂ ਦਾ ਬਿਹੇਵ ਕਿਸ ਤਰ੍ਹਾਂ ਦਾ ਹੁੰਦਾ? ਇੱਦਾਂ ਹੀ ਆ, ਕੋਈ ਅੱਛਾ ਵੀ ਆ ਕੋਈ ਬੁਰਾ ਵੀ ਆ। ਵੈਸੇ ਜ਼ਿਆਦਾਤਰ ਤਾਂ ਅੱਛੇ ਹੀ ਲੋਕ ਆਏ ਆ। 1-2 ਆਏ ਆ ਕਿ ਜਿਹੜਾ ਉਹਨਾਂ ਦੀ ਨਜ਼ਰ ਹੀ ਨਹੀਂ ਸਹੀ ਹੁੰਦੀ, ਬੰਦੇ ਨੂੰ ਪਤਾ ਤਾਂ ਚੱਲ ਹੀ ਜਾਂਦਾ ਵਾ। ਇਹ ਅੱਲਾਹ ਤਾਲਾ ਨੇ ਵੈਸੇ ਹੀ ਔਰਤ ਨੂੰ ਦੱਸਿਆ ਕਿ ਜੇ ਅਗਲੇ ਬੰਦੇ ਦੀ ਨਜ਼ਰ ਸਹੀ ਨਾ ਹੋਵੇ ਔਰਤ ਨੂੰ ਪਤਾ ਚੱਲ ਜਾਂਦਾ।
ਅੱਛਾ, ਜ਼ਿੰਦਗੀ ਦੇ ਤੁਸੀਂ 17 ਸਾਲ ਖਾਵਨ ਤੋਂ ਬਗੈਰ ਕੱਢੇ ਤੇ ਬੜੀਆਂ ਮੁਸ਼ਕਲਾਤ ਵੀ ਦੇਖੀਆਂ, ਬਹੁਤ ਦੇਖਿਆ। ਤੇ ਇਹ ਦੱਸੋ ਕਿ ਸਭ ਤੋਂ ਕਠਿਨ ਜਿਹੜਾ ਸੀਗਾ ਟਾਈਮ ਉਹ ਕਿਹੜਾ ਸੀ? ਹਾਂਜੀ, ਸਾਰਾ ਮਤਲਬ ਵੀ ਜਦੋਂ ਫੌਤ ਹੋਏ ਸੀ ਨਾ, ਉਦੋਂ ਜ਼ਿਆਦਾ ਮੁਸ਼ਕਿਲ ਸੀਗੀ। ਫਿਰ ਆਸਤਾ ਆਸਤਾ ਮੈਂ ਕੰਮ ਕਰਨ ਲੱਗ ਗਈ, ਲੋਕਾਂ ਦੇ ਘਰਾਂ 'ਚ ਵੀ ਕੰਮ ਕੀਤਾ ਵਾ, ਫੌਤੀਆਂ ਦੇ ਵੀ ਕੀਤਾ, ਸ਼ਾਦੀਆਂ ਦੇ ਵੀ ਕੀਤਾ ਕੰਮ। ਤੇ ਫਿਰ ਆਪਣਾ ਮੈਂ ਚੂੜੀਆਂ ਵੀ ਰੱਖੀਆਂ ਘਰ ਦੇ ਵਿੱਚ। ਫਿਰ ਮੰਜੀਆਂ ਪੀੜੀਆਂ ਬੁਣਨੀਆਂ, ਰਜ਼ਾਈਆਂ ਨਗੰਦਣੀਆਂ, ਬੜੀਆਂ ਮਿਹਨਤਾਂ ਕੀਤੀਆਂ। ਹਰ ਮੁਸ਼ਕਲ ਤੁਸੀਂ ਕੰਮ ਕੀਤਾ। ਔਰ ਇਹ ਦੱਸੋ ਕਿ ਤੁਸੀਂ ਅੱਜ ਵੀ ਜਿਹੜਾ ਵਾ ਆਪਣੇ ਬੱਚਿਆਂ ਦੇ ਮੁਸਤਕਬਲ ਵਾਸਤੇ ਕੁਛ ਨਾ ਕੁਛ ਕਰ ਰਹੇ ਹੋ, ਕਿਆ ਬੱਚਿਆਂ ਦੇ ਅੰਦਰ ਵੀ ਇਹ ਚੀਜ਼ ਹੈਗੀ ਕਿ ਸਾਡੀ ਮਾਂ ਜੋ ਕਰ ਰਹੀ ਹੈ ਅਸੀਂ ਵੀ ਉਹਦਾ ਮੁਸਤਕਬਲ ਬਣਾਈਏ ਔਰ ਅਸੀਂ ਵੀ ਇਹਨਾਂ ਨੂੰ ਕੁਛ ਨਾ ਕੁਛ ਬਣ ਕੇ ਦਿਖਾਈਏ? ਹਾਂਜੀ ਹਾਂਜੀ, ਬਿਲਕੁਲ। ਬੱਚੇ ਵੀ ਮੇਰੇ ਮਾਸ਼ਾਅੱਲਾ, ਅੱਲਾ ਦਾ ਸ਼ੁਕਰ, ਅੱਲਾ ਨੇ ਨੇਕ ਔਲਾਦ ਦਿੱਤੀ ਆ ਔਰ ਅਹਿਸਾਸ ਕਰਦੀ ਆ, ਬੱਚੇ ਵੀ ਮੇਰਾ ਅਹਿਸਾਸ ਕਰਦੇ ਆ। ਤੇ ਜ਼ਾਹਿਰ ਆ ਮੇਰੇ ਬੱਚੇ ਮੇਰੇ ਨਾਲ ਵਾ ਤੇ ਮੈਂ ਇੱਥੇ ਖੜੀ ਆ। ਅਗਰ ਮੇਰੇ ਬੱਚੇ ਮੇਰਾ ਸਾਥ ਨਾ ਦਿੰਦੇ, ਮੇਰੇ ਨਾਲ ਨਾ ਹੁੰਦੇ, ਫਿਰ ਮੈਂ ਨਹੀਂ, ਕਿਉਂਕਿ ਇਹ ਵੀ ਮੈਂ ਮੁਸਤਕਬਲ ਬੱਚਿਆਂ ਦੀ ਖਾਤਰ ਬਣਾਉਣ ਡਈ ਆ। ਕੱਲ ਨੂੰ ਮੇਰੀ ਜ਼ਿੰਦਗੀ ਦਾ ਕੀ ਪਤਾ, ਚਲੋ ਮੇਰੀ ਜਗ੍ਹਾ ਤੇ ਇਹਨਾਂ ਦਾ ਇੱਕ ਚੀਜ਼ ਅੱਡਾ ਬਣਿਆ ਹੋਏਗਾ, ਦੁਕਾਨ ਬਣੀ ਹੋਏਗੀ, ਇਹ ਐਡਜਸਟਮੈਂਟ ਕਰ ਲੈਣਗੇ। ਇੱਕ ਮਾਂ ਹੋ ਔਰ ਤੁਹਾਡਾ ਇੱਕ ਬੜਾ ਧੰਨ ਜਿਗਰਾ ਵੀ ਕਹਿ ਸਕਦੇ ਹਾਂ। ਇਹ ਦੱਸੋ ਕਿ ਖਾਵਨ ਦੀ ਜਿਹੜੀ ਕਮੀ ਆ ਉਹ ਕਿਸ ਜਗ੍ਹਾ ਤੇ ਤੁਹਾਨੂੰ ਮਹਿਸੂਸ ਹੋਈ? ਉਹ ਕਮੀ ਤਾਂ ਫਿਰ ਬੰਦਾ ਜਦੋਂ ਇੱਕ ਚਲਿਆ ਜਾਂਦਾ, ਉਹਨਾਂ ਦੀ ਕਮੀ ਦਾ ਅੱਲਾਹ ਤਾਲਾ ਤੋਂ ਸਿਵਾ ਹੋਰ ਕੋਈ ਵੀ ਨਹੀਂ ਪੂਰੀ ਕਰ ਸਕਦਾ। ਉਹ ਤਾਂ ਹਰ ਵਕਤ, ਹਰ ਜਦੋਂ ਮੁਸ਼ਕਲਾਤ ਹੁੰਦਾ ਵਾ, ਜਦੋਂ ਜ਼ਾਹਰਾ ਜ਼ਰੂਰਤ ਦੀ ਚੀਜ਼ ਆ, ਉਹ ਤਾਂ ਭੁੱਲਦੇ ਹੀ ਨਹੀਂ ਨਾ, ਕਿਉਂਕਿ ਉਹ ਭੁੱਲਣ ਵਾਲੇ ਤਾਂ ਨਹੀਂ ਨਾ ਹੈ। ਇਹ ਦੱਸੋ ਕਿ ਹੁਕੂਮਤ ਦੀ ਤਰਫੋਂ ਬਾਰਹਾ ਜਿਹੜਾ ਵਾ ਨਾ ਜੀ ਜਿਹੜੀਆਂ ਨਾ ਪੈਕੇਜਸ ਦਿੱਤੇ ਜਾਂਦੇ ਆ ਕਿ ਸਾਡੀ ਆਵਾਮ ਵਾਸਤੇ ਆ ਫਲਾਂ ਪੈਕੇਜ ਆ, ਫਲਾਂ ਪੈਕੇਜ ਆ, ਤੇ ਇਹ ਦੱਸੋ ਕਿ ਹੁਕੂਮਤ ਦੀ ਤਰਫੋਂ ਕੋਈ ਮਿਲਣ ਵਾਲੀ ਇਮਦਾਦ ਵੀ ਤੁਹਾਨੂੰ ਕੋਈ ਕਦੇ ਕੋਈ ਮਿਲੀ ਕੋਈ? ਹਾਂਜੀ, ਆ ਬੇਨਜੀ ਦੇ ਪੈਸੇ ਜਿਹੜੇ ਅਹਿਸਾਸ ਵਾਲੇ ਆ, ਇਹ ਹੁਣ ਮਿਲਦੇ ਆ। 2 ਸਾਲ ਹੋ ਗਿਆ, ਪਹਿਲੇ ਨਹੀਂ ਸੀ ਮਿਲਦੇ, ਪਹਿਲੇ ਕੋਈ ਨਹੀਂ ਮਿਲਦੇ ਸੀਗੇ। ਬੱਚੇ ਤੁਹਾਡੇ ਦੱਸਿਓ ਕਿ 2 ਮਾਜ਼ੂਰ ਆ, ਤੇ ਉਹਨਾਂ ਦੇ ਮੁਸਤਕਬਲ ਵਾਸਤੇ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਮੁਸਤਕਬਲ ਰੋਸ਼ਨ ਹੋ ਮੈਂ ਸਕਦਾ? ਤਾਂ ਇਹ ਕਹਿੰਦੀ ਆ ਕਿ ਚਲੋ ਮੇਰੀ ਬੱਚੀ ਨੂੰ ਵੀ ਕੋਈ ਸਰਕਾਰੀ ਨੌਕਰੀ ਮਿਲ ਜਾਵੇ, ਪੜ੍ਹੀ ਲਿਖੀ ਆ, ਮਾਜ਼ੂਰ ਆ ਉਹਦੀ, ਕਿਉਂਕਿ ਮੈਂ ਸ਼ਾਦੀ ਨਹੀਂ ਕਰ ਸਕਦੀ ਉਸ ਬੱਚੀ ਦੀ, ਤੇ ਇਸ ਵਾਸਤੇ ਫਿਰ ਉਹ ਜਦ ਤੱਕ ਤਾਂ ਮੇਰੀ ਜ਼ਿੰਦਗੀ ਹੈ ਵਾ, ਉਦੋਂ ਤੱਕ ਤਾਂ ਹੈ ਆਸਾਨ ਉਹ ਬੱਚੀ ਦੀ ਜ਼ਿੰਦਗੀ। ਫਿਰ ਮਾਵਾਂ ਤੋਂ ਬਾਅਦ ਤਾਂ ਫਿਰ ਮੁਸ਼ਕਲ ਹੀ ਹੁੰਦੀ ਹੈ। ਹਾਂਜੀ, ਤੇ ਮਾਂ ਜੀ ਇਹ ਦੱਸੋ, ਮੇਰੇ ਬੱਚੇ ਨੂੰ ਕੋਈ ਨੌਕਰੀ ਮਿਲ ਜਾਵੇ ਤੇ ਚਲੋ ਅੱਲਾ ਦਾ ਸ਼ੁਕਰ ਆ ਵੀ ਹੋ ਜਾਏ, ਆਪਣੇ ਪੈਰਾਂ ਤੇ ਖੜੇ ਹੋ ਜਾਣ, ਮੇਰੀ ਤਾਂ ਇਹੀ ਕੋਸ਼ਿਸ਼ ਆ। ਇਹ ਦੱਸੋ ਕਿ ਇੱਕ ਦਿਨ 'ਚ ਇਹ ਆ ਵੀ ਕਿ ਤੁਸੀਂ ਇੱਥੋਂ ਵੀ ਚਲੇ ਜਾਂਦੇ ਹੋ, ਫਿਰ ਘਰ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਕਿਉਂਕਿ ਤੁਸੀਂ ਤਾਂ ਇੱਥੇ ਹੁੰਦੇ ਹੋ, ਬੱਚੇ ਵੀ 2 ਮਾਜ਼ੂਰ ਘਰ ਵਾ ਇੱਥੇ, ਫਿਰ ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਇਸ ਤਰ੍ਹਾਂ ਵਾ ਕਿ ਸਵੇਰ ਨੂੰ ਮੈਂ ਨਾਸ਼ਤਾ ਬਣਾ ਕੇ ਹੁੰਦੀ ਆ, ਤੇ ਹੁਣ ਮਾਸ਼ਾਅੱਲਾ ਰੋਜ਼ੇ ਰੱਖਦੇ ਆ ਬੱਚੇ, ਸਾਰੀ ਵੇਲੇ ਰੋਜ਼ਾ ਰਖਵਾ ਕੇ ਮੇਰੇ ਕੋਲ ਤਾਂ ਰੱਖੇ ਨੇ। ਮੈਨੂੰ ਸ਼ੂਗਰ ਵੀ ਆ, ਫਿਰ ਬਲੱਡ ਪ੍ਰੈਸ਼ਰ ਹਾਈ ਵੀ ਆ, ਮੈਨੂੰ ਜ਼ੁਕਾਮ ਵੀ ਆ। ਅੱਗੇ ਕੋਰਸ ਵੀ ਕਰਵਾਇਆ ਸੀਗਾ, ਇੰਜੈਕਸ਼ਨਾਂ ਦਾ ਲੱਗੇ ਸੀ, ਟੀਕੇ ਵਗੈਰਾ। ਅੱਛਾ, ਇਹ ਦੱਸੋ ਕਿ ਅਗਰ ਕੋਈ ਤੁਹਾਨੂੰ ਤੁਹਾਡੀ ਮਦਦ ਕਰਨਾ ਚਾਹਵੇ ਤੇ ਕਿਸ ਟਾਈਪ ਦੇ ਵਿੱਚ ਮਦਦ ਹੋਣੀ ਚਾਹੀਦੀ ਆ? ਬੱਚਿਆਂ ਨੂੰ ਨੌਕਰੀ ਲਗਵਾ ਦੇਵੇ, ਤੁਹਾਨੂੰ ਕੰਮ ਕਰ ਦੇਵੇ, ਜਾਂ ਵੈਸੇ ਹੀ ਇਮਦਾਦ ਕਰ ਦੇਵੇ? ਚਲੋ ਜਿਸ ਤਰ੍ਹਾਂ ਉਹਨਾਂ ਦੀ ਖੁਸ਼ੀ ਹੋਵੇ ਉਹ ਕਰ ਸਕਦੇ ਆ। ਮੇਰੇ ਬੱਚੇ ਦਾ ਫਿਲਹਾਲ ਤੇ ਨਾ ਵੱਡਾ ਮਸਲਾ ਇਹ ਆ ਕਿ ਉਹਦਾ ਆਪਰੇਸ਼ਨ ਹੋਣਾ ਵਾ। ਉਹਦੇ ਆਪਰੇਸ਼ਨ ਵਾਸਤੇ ਮੈਨੂੰ ਚਾਹੀਦੀ ਆ, ਕਿਉਂਕਿ ਉਹਦੇ 3 ਆਪਰੇਸ਼ਨ ਹੋਣੇ ਆ। ਫਿਰ ਚੌਥੀ ਵਾਰੀ ਉਹਨਾਂ ਦੀਆਂ ਅੱਗੋਂ ਉਂਗਲਾਂ ਲੱਗਣੀਆਂ, ਕਿਉਂਕਿ ਉਹਨਾਂ ਦਾ ਹੱਥ ਮੁਕੰਮਲ ਹੋ ਜਾਵੇ। ਉਹਨਾਂ ਦੀਆਂ ਮੈਂ ਸ਼ਾਦੀਆਂ ਵੀ ਕਰਨੀਆਂ, ਅਗਰ ਸ਼ਾਦੀਆਂ ਵਾਸਤੇ ਕੋਈ ਮਹਿਮਾਨ ਹੁੰਦਾ ਵਾ ਉਹ ਦੇਖ ਕੇ ਚਲੇ ਜਾਂਦੇ ਆ। ਵੱਡਾ ਬੱਚਾ ਵਾ, ਉਹਦੇ ਵੀ ਹੱਥ ਇਸ ਤਰ੍ਹਾਂ ਵਾ, ਬਾਜ਼ੂ ਵੀ ਪੂਰਾ ਸਿੱਧਾ ਨਹੀਂ ਹੁੰਦਾ, ਉਹ ਵੀ ਇਸ ਤਰ੍ਹਾਂ ਵਾ। ਬੇਟੀ ਦਾ ਵੀ ਇਸ ਤਰ੍ਹਾਂ, ਉਹਨੇ ਪੈਰਾਂ ਭਾਰ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ। ਆਪਣੇ ਬੇਟੇ ਦਾ ਨੰਬਰ ਦਿਓ ਤਾਂ ਕਿ ਅਗਰ ਕੋਈ ਦੋਸਤ ਰਾਬਤਾ ਕਰਨਾ ਚਾਹਵੇ, ਕਿਸੇ ਦੂਸਰੇ ਸ਼ਹਿਰ ਦੇ ਚੋਂ ਆਉਣਾ ਚਾਹਵੇ, ਉਹ ਫਿਰ ਉਹਨਾਂ ਨਾਲ ਰਾਬਤਾ ਕਰਕੇ ਇੱਥੇ ਤੁਹਾਡੇ ਕੋਲੇ ਆ ਜਾਵੇ। ਹਾਂਜੀ, ਇਹ ਨੰਬਰ ਬੇਟੇ ਮੇਰੇ ਦਾ ਵਾ, ਅਸਦ ਸਲੀਮ ਉਹਦਾ ਨਾਮ ਆ, ਤੇ ਫਿਰ ਉਹਦੇ ਨੰਬਰ ਤੇ ਵੀ ਤੁਸੀਂ ਵੀ ਰਾਬਤਾ ਕਰ ਸਕਦੇ ਆ। ਅੱਛਾ ਮਾਂ ਜੀ, ਅਸੀਂ ਤੁਹਾਨੂੰ ਤਾਂ ਇਸ ਕੰਮ ਦੇ 'ਚ ਦਾਤ ਦਿੰਦੇ ਆ। ਇਹ ਦੱਸੋ ਕਿ ਅਗਰ ਤੁਹਾਡੇ ਤਰ੍ਹਾਂ ਬਹੁਤ ਸਾਰੀਆਂ ਐਸੀ ਖਵਾਤੀਨ ਆ ਜਿਨ੍ਹਾਂ ਦੇ ਖਾਵੰਦ ਨਹੀਂ ਹੈ, ਜਾਂ ਹਾਲਾਤ ਦੀ ਵਜ੍ਹਾ ਤੋਂ ਨਾ ਜੀ ਉਹਨਾਂ ਦੇ ਕੋਈ ਹਾਲਾਤ ਬਿਹਤਰ ਨਹੀਂ ਹੁੰਦੇ, ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਵਾਸਤੇ ਤਾਂ ਮੈਂ ਇਹੀ ਪੈਗਾਮ ਦੇਣਾ ਚਾਹੁੰਦੀ ਹਾਂ ਕਿ ਹਰ ਔਰਤ ਨੂੰ ਹਿੰਮਤ ਕਰਨੀ ਚਾਹੀਦੀ ਆ, ਤੇ ਉਹ ਆਪਣੇ ਹੌਸਲੇ ਨਾਲ, ਮਗਰ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਵੇ। ਆਪਣੀ ਮਿਹਨਤ ਦੀ, ਹੱਕ ਹਲਾਲ ਦੀ ਕਮਾਈ ਜਿਹੜੀ ਹੈ ਨਾ, ਉਹਦੇ ਵਿੱਚ ਹੀ ਮਜ਼ਾ ਉਹ ਕਰੇ। ਥੋੜੀ ਵੀ ਹੋਵੇ ਨਾ, ਅੱਲਾਹ ਤਾਲਾ ਉਹਦੇ ਵਿੱਚ ਵੀ ਬਰਕਤ पाਉਂਦਾ। बहुत शुक्रिया नाज़रीन, बाहिम्मत माजी से मैंने गुफ्तगू की और इन्होंने अपना खामन फौत हुए तो इन्होंने ये हिम्मत जो है वो अपने अंदर पैदा की कि बच्चों का मुस्तकबिल रोशन करना है, और उनके मुस्तकबिल रोशन करने के लिए इन्होंने कहा कि मैंने हर वो काम किया है जिसके अंदर ये मुझे लगता हो कि मेरे जो बच्चे हैं उनका यहाँ से जो है मुस्तकबिल रोशन हो सकता है। ये बाहिम्मत माजी ने अपने बेटे का नंबर भी आप दोस्तों के साथ शेयर किया है। अगर आप इनके साथ रब्ता करना चाहते हैं, इनकी मदद करना चाहते हैं, और इनका ये कहना है कि बच्चे का ऑपरेशन करवाना है और मुझे जो है वो कुछ इमदाद मिल जाए तो बच्चे का ऑपरेशन होगा और बच्चे का मुस्तकबिल भी बेहतर हो जाएगा। और मेरी भी आप सबसे गुजारिश है कि आपको जहाँ कहीं भी इस तरह की
माएँ, इस तरह की बहनें, इस तरह की बेटियाँ आपको मिलें, उनकी लाजमी मदद कीजिएगा ताकि वो इस मुआशरे के अंदर जिस मुश्किलात से वो दो चार हैं उनकी ये मुश्किलात कम हो सकें। एक नई स्टोरी के साथ दोबारा हाजिर होंगे। दोस्त अपना ख्याल रखिएगा। अल्लाह।